नमस्कार, ओम शांति ते नाले सत श्री अकाल। सतगुरु करता पुरख च अज भी तुहाडा स्वागत है। मैं हर वेला तुहाडा प्रेमपूर्वक स्वागत करदी हाँ। मैनूं उम्मीद है कि तुहानूं साडा ये प्रोग्राम बहुत सोहना लगदा होना ते साडे जिहड़े प्रश्न आंदे उहदा जिहड़ा उत्तर तुहानूं मिलदा वो भी तुहाडे जीवन च लैके आंदा है। आइए स्वागत करदे हां सतगुरु करता पुरख च साडे निर्वेर भाई साहब दा। सतगुरु करता पुरख च तुहाडा बहुत बहुत स्वागत है भाई साहब। बहुत बहुत धन्यवाद जी हाँ जी। भाजी, क्या साकार तन च मतलब आने दे पहले क्या सी सूक्ष्म वतन च कोई संकल्प हो सकदा? अगर अगर ये तुसी समझदे हो कि निराकारी दुनिया तो सतयुगी दुनिया च आउणा है तो उस वेले सूक्ष्म वतन नहीं हुंदा है। अच्छा। सीधे इस कर्म क्षेत्र ते आ जाते हैं, देवता स्वरूप आके धारण कर लेते हैं। सूक्ष्म वतन ये पुरुषोत्तम संगम युग ते है, कलयुग दा अंत, सतयुग दा आद। ਇਹਦਾ ਜਿਹੜਾ ਇਹ ਸੰਗਮ ਯੁੱਗ ਹੈ ਇਸ ਵੇਲੇ ਸੂਖਸ਼ਮ ਵਤਨ ਦਾ ਪਾਠ ਚੱਲਦਾ ਹੈ। ਅਵਿਅਕਤ ਬ੍ਰਹਮਾ ਬਾਬਾ ਸੂਖਸ਼ਮ ਵਤਨ 'ਚ ਨਿਵਾਸ ਕਰਦੇ ਨੇ ਔਰ ਸ਼ਿਵ ਬਾਬਾ ਉਹਨਾਂ ਦੇ ਜ਼ਰੀਏ ਜਦੋਂ ਕੋਈ ਸੰਦੇਸ਼ ਲੈ ਕਰਕੇ ਜਾਂਦੀ ਹੈ तो उन्होंने शिव बाबा अव्यक्त बाप दादा के जरिए संदेश देंदे ने। कोई प्रश्न होएगा उसका जवाब देंदे ने। कोई नया कुछ होने वाली हुंदी गल पहले तो इशारा देना हुंदा, बच्चों नूं सावधान करना पैंदा ही, ਉਹਦਾ भी इशारा पहले तो दे दिंदे। भाजी जिद्दां एक ਸਾਡੇ ਮਾਤਾ ਪਿਤਾ ਹੁੰਦੇ ਉਹਨੂੰ ਬੱਚਿਆਂ ਨੂੰ ਦੇਖ ਕੇ ਦੁਖੀ ਹੁੰਦਾ, क्या परमात्मा ਨੂੰ ਵੀ ਕਿਸੇ ਨੂੰ ਦੁਖੀ ਦੇਖ ਕੇ ਦੁੱਖ ਫੀਲ ਹੁੰਦਾ? परमात्मा पिता जानी जाननहार है जी। और वो सब उन्होंने आद तो अंत ताईं सारा ज्ञान है और ये भी ज्ञान उन्होंने रहिंदा ही कि जो बच्चे जो पार्ट बजा रहे हैं ये अपना पार्ट बजा रहे हैं ते दुखी तो नहीं होंदे। लेकिन एक शब्द इंग्लिश का होंदा ही कि कंसर्न फील करते हैं कि मेरे बच्चे दुखी हो रहे हैं, अशांत हो रहे हैं, बीमार हो रहे हैं ते इन्हां नूं हुण मैं वापस ਇਹੋ ਜਿਹੀ ਸਥਿਤੀ 'ਚ ਲੈ ਆਵਾਂ ਕਿ ਬਿਲਕੁਲ ਨਾ ਦੁਖੀ ਹੋਣ, ਨਾ ਅਸ਼ਾਂਤ ਹੋਣ, ਨਾ ਬਿਮਾਰ ਹੋਣ। ਇਸ ਕਰਕੇ ਇਹ ਗਿਆਨ ਜਦੋਂ ਮਿਲਦਾ ਹੀ ਸਾਨੂੰ ਤੇ ਸ਼ਿਵ ਬਾਬਾ ਸਭ ਬੱਚਿਆਂ ਨੂੰ, ਅਸੀਂ ਸਭ ਆਤਮਾ ਜਿੰਨੇ ਵੀ ਹੈਗੇ ਸਭ ਨੂੰ ਵਰਸੇ 'ਚ ਇਹ ਚੀਜ਼ ਦਿੰਦੇ ਨੇ कि ever healthy, ever wealthy, ever happy, divine life ये साडा ईश्वरी जन्म सिद्ध अधिकार है। ठीक। तो क्या जिद्दां अगर कोई दुखी होया ਉਹਨਾਂ ਨੂੰ ਵੀ ਫਿਰ ਪਰਮਾਤਮਾ ਇਹ ਬੋਲਦੇ ਕਿ ਤੁਹਾਡਾ ਇਹ ਹਿਸਾਬ ਕਿਤਾਬ ਹੈ, ਕਰਮਾਂ ਦੀ ਗੁਇਆ ਗਤੀ ਹੈ, ਤੁਸੀਂ ਭੁਗਤਾਨ ਕਰੋ। हिसाब किताब के कारण तो दुखी होया, लेकिन हुण उस दुख तो छुड़ाउण वास्ते इशारा भी दिंदे है ना कि अगे वास्ते ध्यान रखो। अच्छा। ਇਹੋ ਜਿਹਾ ਕੋਈ ਕਰਮ ਨਾ ਕਰੋ ਜਿਹਦੇ ਕਰਕੇ ਤੁਹਾਨੂੰ ਇਸ ਦੁੱਖ ਸਹਿਨ ਕਰਨਾ ਪੈਂਦਾ ਹੈ। ਔਰ ਦੂਸਰਾ ਜੋ ਬੀਤ ਗਿਆ ਉਹਦੇ ਜਿਹੜਾ ਅਸਰ ਹੈਗਾ ਹੀ, ਉਹਦੇ ਜਿਹੜੇ ਸੰਸਕਾਰ ਹੈਗੇ ਆ ਜਾਂ ਉਹਦੀ ਜਿਹੜੀ ਕੋਈ
ਕੀ ਕਹਿੰਦੇ ਇਹਨੂੰ, ਮੈਲ ਚੜੀ ਹੋਈ ਆਤਮਾ ਤੇ, ਉਸ ਨੂੰ ਈਸ਼ਵਰੀ ਯਾਦ, ਜਿਹਨੂੰ ਕਿਹਾ ਜਾਂਦਾ ਹੈ ਯੋਗ ਅਗਨੀ ਦੇ ਨਾਲ ਉਸ ਨੂੰ ਭਸਮ ਕਰੋ ਔਰ ਆਤਮਾ ਫਿਰ ਉਜਵਲ ਹੋ ਜਾਏ। ਇਹ ਪ੍ਰੈਕਟੀਕਲ ਦੇਖਿਆ ਹੀ ਕਿ ਜਿਤਨਾ ਜਿਤਨਾ ਅਸੀਂ ਈਸ਼ਵਰੀ ਯਾਦ 'ਚ ਮਨ ਲਗਾ ਕਰਕੇ ਆਪਣੇ ਅੰਦਰ ਯੋਗ ਦੀ ਸ਼ਕਤੀ ਖੂਬ ਭਰ ਲੈਂਦੇ ਹਾਂ, ਤੇ ਯੋਗ ਅਗਨੀ ਨਾਲ ਸਾਡੇ ਜਿਹੜੇ ਪੁਰਾਣਾ ਹਿਸਾਬ ਕਿਤਾਬ ਭਸਮ ਹੋ ਜਾਂਦਾ, ਉਹਦੀ ਰਿਜ਼ਲਟ ਇਹ ਮਿਲਦੀ ਹੈ ਕਿ ਸਾਨੂੰ ਬਹੁਤ ਹੀ ਸੁਖ ਔਰ ਸ਼ਾਂਤੀ ਸੰਪੰਨ ਜੀਵਨ ਪ੍ਰਾਪਤ ਹੋ ਜਾਂਦੀ, ਔਰ ਜੋ ਵੀ ਕੋਈ ਦੁੱਖ ਅਸ਼ਾਂਤੀ ਵਾਲੀ ਗੱਲ ਹੈ ਉਹ ਖਤਮ ਹੋ ਜਾਂਦੀ। ਭਾਜੀ, ਸ਼ਿਵ ਬਾਬਾ ਬ੍ਰਹਮਾ ਬਾਬਾ ਦੇ ਇਸ ਅੰਤਿਮ ਜਨਮ ਚ ਆਕਰ ਮਿਲੇ ਜਾਂ ਫਿਰ ਸਰਵ ਆਤਮਾओं ਦੇ ਅੰਤਿਮ ਜਨਮ ਚ ਆਕਰ ਮਿਲਦੇ? ਕੀ ਬੋਲ ਸਕਦੇ ਤੁਸੀਂ? ਦੋਨੋਂ ਹੀ ਗੱਲਾਂ ਇੱਕ ਹੀ ਹੈਗੀਆਂ। ਅੱਛਾ। ਬ੍ਰਹਮਾ ਬਾਬਾ ਦਾ ਅੰਤਿਮ ਜਨਮ 84ਵਾਂ ਜਨਮ। ਅੱਛਾ। ਤੇ ਉਸ ਵੇਲੇ ਜਦੋਂ ਆਏ ਨੇ, ਉਸ ਵੇਲੇ ਜੋ ਇਸ ਦੁਨੀਆ 'ਚ ਲੋਕ ਹੈਗੇ ਨੇ, ਤੇ ਉਹਨਾਂ ਦਾ ਉਸ ਵੇਲੇ ਅੰਤਿਮ ਜਨਮ ਹੈ। ਲੇਕਿਨ ਕੋਈ ਬੱਚੇ ਬਾਅਦ 'ਚ ਵੀ ਜਨਮਦੇ ਨੇ। ਅੱਛਾ। ਪਿਛਲੇ 84 ਸਾਲ 'ਚ ਬੱਚੇ ਹੋਰ ਵੀ ਤਾਂ ਜਨਮੇ ਹੋਣਗੇ। ਜੀ ਜੀ, ਬਿਲਕੁਲ। ਆਬਾਦੀ ਕਿਸ ਤਰ੍ਹਾਂ ਵੱਧਦੀ ਗਈ ਹੈ, ਵੱਧਦੀ ਗਈ। ਤੇ ਉਹ ਬੱਚੇ ਜਿਹੜੇ ਬਾਅਦ 'ਚ ਜਨਮਦੇ ਆ, ਉਹਨਾਂ ਨੂੰ ਆਉਂਦਿਆਂ ਹੀ ਕੋਈ ਦੁੱਖ ਨਹੀਂ ਹੁੰਦਾ। ਅੱਛਾ। ਹਰ ਇੱਕ ਦੀ ਇੱਕ ਬੜਾ ਸੁੰਦਰ ਨਿਯਮ ਬਣਿਆ ਹੋਇਆ ਹੀ ਕਿ ਜਦੋਂ ਕੋਈ ਵੀ ਆਤਮਾ ਪਰਮਧਾਮ ਤੋਂ ਇਸ ਸ੍ਰਿਸ਼ਟੀ ਤੇ ਆ ਕੇ ਜਨਮ ਲੈਂਦੀ ਹੈ, ਤੇ ਜਿਤਨੇ ਵੀ ਜਨਮ ਉਹਨਾਂ ਦੇ ਹੋਣਗੇ, ਉਹਦੇ 'ਚ ਅੱਧਾ ਹਿੱਸਾ ਤੇ ਸੁੱਖ ਹੈ, ਔਰ ਫਿਰ ਬਾਕੀ ਅੱਧਾ ਹਿੱਸਾ ਜਿਹੜਾ ਹੀ ਉਹਦੇ 'ਚ ਥੋੜਾ ਥੋੜਾ ਦੁੱਖ ਸ਼ੁਰੂ ਹੋ ਜਾਂਦਾ। ਔਰ ਫਿਰ ਲਾਸਟ ਤੇ ਆ ਕੇ, ਤੇ ਹੁਣ ਇਸ ਵੇਲੇ ਤੁਸੀਂ ਦੇਖੋ ਸਾਰੀ ਦੁਨੀਆ 'ਚ ਦੁੱਖ ਹੀ ਦੁੱਖ। ਇਹ ਕਰੋਨਾ ਵਾਇਰਸ ਕਦੀ ਨਾ ਸੁਣਿਆ ਹੋਵੇਗਾ, ਕਦੀ ਨਾਮ ਨਾ ਚਿਤ, ਹੁਣ ਸਾਰੀ ਦੁਨੀਆ ਨੂੰ ਇਸ ਤਰ੍ਹਾਂ ਨਚਾ ਰਿਹਾ ਹੀ, ਨਚਾ ਤੇ ਕੀ ਰਿਹਾ ਹੀ, ਦੁਖੀ ਕਰ ਰਿਹਾ ਹੀ ਜੀ। ਹੁਣ ਅੱਜ ਫੋਨ ਆਇਆ ਇੱਕ ਅਮਰੀਕਾ ਤੋਂ, ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਸ਼ਾਂਤੀਵਨ 'ਚ ਵੀ ਕੁਛ ਇਹੋ ਜਿਹਾ ਹੋਇਆ, ਕਿਉਂਕਿ ਇੱਥੇ ਵੀ 50 ਲੋਕ ਜਿਹੜੇ ਉਹਨਾਂ ਨੂੰ ਇਹ ਕਰੋਨਾ ਦਾ ਵਾਇਰਸ ਹੋ ਗਿਆ, ਇਸ ਕਰਕੇ ਉਹਨਾਂ ਨੂੰ ਨਦੀ ਕਿਨਾਰੇ ਸ਼ਿਫਟ ਕਰਨਾ ਪਿਆ। ਤੇ ਲੇਕਿਨ ਇੱਕ ਚੀਜ਼ ਹੈ ਕਿ ਥੋੜਾ ਪਰਹੇਜ਼ ਰੱਖਣਗੇ ਔਰ ਥੋੜੀ ਦਵਾਈ ਵੀ ਲੈਣਗੇ ਔਰ ਥੋੜਾ ਆਰਾਮ ਵੀ ਕਰਨਗੇ ਤੇ ਠੀਕ ਹੋ ਜਾਂਦੇ ਨੇ। ਇਹ ਇਹੋ ਜਿਹੀ ਬਿਮਾਰੀ ਹੈ ਜੇ ਸ਼ੁਰੂ 'ਚ ਹੀ ਪਤਾ ਲੱਗ ਜਾਏ ਤੇ ਉਹਦਾ ਇਲਾਜ ਹੋ ਜਾਂਦਾ ਹੈ। ਨਹੀਂ ਤੇ ਇਤਨੀ ਵੈਲਿਊਏਬਲ ਹੈ ਇਸ ਪੁਰਸ਼ੋਤਮ ਸੰਗਮ ਯੁੱਗ ਦੀ ਜੀਵਨ, ਇਸ ਤਰ੍ਹਾਂ ਹੀ ਚਲੀ ਜਾਏ ਤੇ ਉਹ ਦੁੱਖ ਹੋਏਗਾ ਜੀ। ਭਾਜੀ, ਇਹ ਪਰਮਾਤਮਾ ਕਿਆ ਸੂਖਸ਼ਮ ਰੀਤੀ 'ਚ ਸ੍ਰਿਸ਼ਟੀ ਰਚਦੇ ਜਾਂ ਡਰਾਮਾ ਅਨੁਸਾਰ ਇਹ ਸ੍ਰਿਸ਼ਟੀ ਰਚੀ ਜਾਂਦੀ? ਬਣੀ बनाई बन रही और कुछ बननी ना है, चिंता ताकि कीजिए जो अनहोनी हो, बस बनी बनाई। ਤੁਸੀਂ ਤਾਂ ਬਿਲਕੁਲ ਸੂਖਸ਼ਮ ਰੀਤੀ 'ਚ ਸਾਨੂੰ ਜਵਾਬ ਦੇਤਾ। ਕਿਉਂਕਿ ਬੋਲਦੇ ਕਿ ਬ੍ਰਹਮਾ ਬਾਬਾ ਦਾ ਸਰੀਰ ਸ਼ਿਵ ਬਾਬਾ ਨੂੰ ਲੈਣਾ ਪੈਂਦਾ, ਫਿਰ ਉਹ ਸ੍ਰਿਸ਼ਟੀ ਰਚਦੀ। ਕਿਆ ਉਹਨਾਂ ਦੇ ਦਿਮਾਗ ਸ੍ਰਿਸ਼ਟੀ ਤੇ ਹੈ ਨਾ ਜੀ, ਸ੍ਰਿਸ਼ਟੀ ਤੇ ਹੈ, और सृष्टि ते मनुष्य आत्मा भी इतने हैगे है, सब है, लेकिन जो ज्ञानवान आत्मा हैगे है जी, वो अज्ञानवश जो देवता सी वो अज्ञानवश सोच सकते हो की बन गए ने,
ਦੁਖੀ ਅਸ਼ਾਂਤ ਹੋ ਗਏ ਨੇ। ਤੇ ਇਸ ਕਰਕੇ ਫਿਰ ਵਾਪਸ ਯਥਾਰਥ ਗਿਆਨ ਦੇ ਕਰਕੇ, ਯਥਾਰਥ ਗਿਆਨ ਜਦੋਂ ਕਿਹਾ ਜਾਂਦਾ ਹੈ ਕਿ ਮਨੁੱਖ ਆਤਮਾ ਨੂੰ ਆਪਣੇ ਆਪ ਦੇ ਬਾਰੇ 'ਚ ਵੀ ਪੂਰਾ ਯਥਾਰਥ ਗਿਆਨ ਚਾਹੀਦਾ, ਪਿਤਾ ਪਰਮਾਤਮਾ ਦੇ ਬਾਰੇ 'ਚ ਵੀ ਯਥਾਰਥ ਗਿਆਨ ਚਾਹੀਦਾ। ਕਿਉਂ? ਨਹੀਂ ਤੇ ਤੁਸੀਂ ਸੁਣਦੇ ਹੋ, ਕੋਈ ਕਹੇਗਾ ਪਰਮਾਤਮਾ ਸਭ ਕਣ ਕਣ 'ਚ ਹੈ, ਜੀ ਜੀ, ਕੋਈ ਕਹੇਗਾ ਪਰਮਾਤਮਾ ਹੈ ਹੀ ਨਹੀਂ ਹੈ, ਕੋਈ ਕਹੇਗਾ ਪਰਮਾਤਮਾ ਨੇ 24 ਅਵਤਾਰ ਲਏ ਨੇ, ਕੋਈ ਕਹੇਗਾ 12 ਅਵਤਾਰ ਲਏ ਨੇ। ਕੁਝ ਸਮਝ ਨਹੀਂ ਆਉਂਦਾ ਹੀ। ਫਿਰ ਕੋਈ ਕਹੇਗਾ ਇਹ ਜਿਤਨੇ ਵੀ ਧਰਮ ਸਥਾਪਕ ਆਏ ਨਾ, ਉਹਨਾਂ 'ਚ ਉਸ ਵੇਲੇ ਪਰਮਾਤਮਾ ਆ ਗਿਆ ਸੀ। ਲੇਕਿਨ ਨਹੀਂ, ਪਰਮਾਤਮਾ ਨੇ ਖੁਦ ਆਪਣਾ ਜਦੋਂ ਪਰਿਚੈ ਦਿੱਤਾ ਕਿ ਇਹ ਸਭ ਆਤਮਾ ਜਿੰਨੀਆਂ ਵੀ ਧਰਮ ਸਥਾਪਕ ਆਤਮਾ ਵੀ ਆਉਂਦੀਆਂ ਹੀ, ਤੇ ਉਹ ਪਵਿੱਤਰ ਆਤਮਾ ਆਉਂਦੀਆਂ ਹੀ। ਲੇਕਿਨ ਉਹ ਵੀ ਜਦੋਂ ਆ ਕਰਕੇ ਆਪਣਾ ਧਰਮ ਸਥਾਪਨ ਕਰਕੇ ਉਹਨਾਂ ਦਾ ਧਰਮ ਵਿਰਦੀ ਨੂੰ ਪਾਉਂਦਾ ਹੀ, ਔਰ ਕਾਫੀ ਹਿਸਟਰੀ ਉਹਨਾਂ ਦੀ ਬਣ ਜਾਂਦੀ ਹੈ, ਅੱਛੀ ਵੀ ਹੈ ਤੇ ਥੋੜੀ ਲੜਾਈ ਝਗੜੇ ਦੀ ਵੀ ਹੈ। ਤੇ ਅੰਤ ਤੇ ਆ ਕਰਕੇ ਖੁਦ ਪਰਮਾਤਮਾ ਫਿਰ ਸਾਨੂੰ ਗਿਆਨ ਦੇ ਕਰਕੇ ਸਮਝ ਦਿੰਦੇ ਨੇ ਕਿ ਕਿਸ ਤਰ੍ਹਾਂ 5000 ਸਾਲ 'ਚ ਸਤੋ ਪ੍ਰਧਾਨ, ਸਤੋ ਰਜੋ ਤਮੋ, ਔਰ ਹੁਣ ਤਮੋ ਪ੍ਰਧਾਨ ਸਥਿਤੀ ਤੇ ਪਹੁੰਚੇ ਹੋਏ। ਇਸ ਤੋਂ ਫਿਰ ਵਾਪਸ ਸਤੋ ਪ੍ਰਧਾਨ ਬਣਾਉਣਾ, ਇਹ ਸਰਵ ਸ਼ਕਤੀਵਾਨ ਦੀ ਸ਼ਕਤੀ ਇਹਦੇ ਵਿੱਚ ਹੈਗੀ ਹੈ। ਨਹੀਂ ਤੇ ਕੋਈ ਕਿਸੇ ਦੇ ਖਿਆਲ 'ਚ ਨਹੀਂ ਆਉਂਦਾ ਹੀ ਕਿ ਇਹ ਸਰਵ ਸ਼ਕਤੀਵਾਨ ਕੀ ਕਰਦਾ ਹੀ। ਸਰਵ ਸ਼ਕਤੀਵਾਨ ਮਨੁੱਖ ਆਤਮਾ 'ਚ ਉਹ ਸ਼ਕਤੀ ਲਿਆਉਂਦੇ ਨੇ ਜਿਹੜਾ ਜੋ ਸਾਡੇ 'ਚ ਤਮੋ ਪ੍ਰਧਾਨਤਾ ਆ ਗਈ ਹੋਈ ਹੈ। 5 ਵਿਕਾਰ ਆ ਗਏ ਨੇ, ਤੇ ਉਹਨਾਂ ਨੂੰ ਸੰਕਲਪ ਤਾਈਂ ਖਤਮ ਕਰ ਦਿੰਦਾ ਹੈ। ਇਤਨੀ ਸ਼ਕਤੀ ਹੈ ਕਿ ਨਾ ਤੁਹਾਨੂੰ ਸੁਪਨ 'ਚ ਕਦੀ, ਨਾ ਕਦੀ ਸੰਕਲਪ 'ਚ ਉਹ ਚੀਜ਼ਾਂ ਆਉਣ। ਇਤਨੀ ਸ਼ਕਤੀ, ਉਹਦੇ ਵਾਸਤੇ ਸਹਿਜ ਰਾਜ ਯੋਗ ਆ ਕਰਕੇ ਸਿਖਾਉਂਦੇ ਨੇ। ਇਸ ਕਰਕੇ ਇਹਦਾ ਨਾਮ ਰਾਜ ਯੋਗ। ਰਾਜ ਯੋਗ ਅਰਥਾਤ ਸਭ ਯੋਗਾਂ 'ਚ ਰਾਜਾ, ਔਰ ਜਿਹੜਾ ਰਾਜਾ ਹੀ ਸੰਸਕਾਰ ਧਾਰਨ ਕਰਾ ਦੇ, ਵਿਜੇ ਪ੍ਰਾਪਤ ਕਰਾਏ। ਜੀ, ਤਾਂ ਭਗਤੀ ਮਾਰਗ ਦਾ ਇੱਕ ਪ੍ਰਸ਼ਨ ਹੈ ਕਿ ਭਗਤੀ ਮਾਰਗ 'ਚ ਜਿਹੜੇ ਭਗਤ ਸਾਖਸ਼ਾਤਕਾਰ ਕਰਦੇ, ਉਹਨਾਂ ਵਾਸਤੇ ਬਾਬਾ ਬੋਲਦੇ ਕਿ ਮੈਂ ਹੀ ਕਰਾਂਦਾ, ਔਰ ਕਦੇ ਕਦੇ ਬਾਬਾ ਬੋਲਦੇ ਕਿ ਸਾਖਸ਼ਾਤਕਾਰ ਵੀ ਡਰਾਮਾ 'ਚ ਨਹੀਂ ਹੁੰਦੇ। ਤਾਂ ਕਿਆ ਬੋਲ ਸਕਦੇ ਇਹਨਾਂ ਵਾਸਤੇ ਕਿ ਮਤਲਬ ਸਾਖਸ਼ਾਤਕਾਰ ਵੀ ਨੂੰਦ ਹੋ ਸਕਦਾ ਡਰਾਮਾ 'ਚ, ਜਾਂ ਬਾਬਾ ਦੋ ਸ਼ਬਦ ਬੋਲਦੇ ਇਹ ਡਰਾਮਾ 'ਚ ਵੀ ਨੂੰਦ ਹੈ ਔਰ ਮੈਂ ਹੀ ਕਰਾਂਦਾ, ਮੈਂ ਹੀ ਕਰਦਾ। ਬੜੀ ਸਿੱਧੀ ਜੀ ਗੱਲ ਹੈ, ਬਹੁਤ ਸਿੱਧੀ ਗੱਲ। ਜੋ ਵੀ ਭਗਤ ਆਤਮਾ ਹੈਗੇ ਹੈ, ਜਦੋਂ ਕੋਈ ਭਗਤੀ ਕਰਦੇ ਹੈ, ਪੂਜਾ ਕਰਦੇ ਹੈ, ਪਾਠ ਕਰਦੇ ਹੈ, ਮੰਤਰ ਜਾਪ ਕਰਦੇ ਹੈ, ਤਾਂ ਆਪਣਾ ਮਨ ਲਗਾਉਂਦੇ ਤੇ ਹੈ ਨਾ ਜੀ, ਕਿਸੇ ਨਾ ਕਿਸੇ ਸਰੂਪ ਤੇ ਲਗਾਉਣਗੇ। ਕੋਈ ਸ਼ਿਵ ਬਾਬਾ ਦੇ ਉੱਪਰ ਲਗਾਉਣਗੇ ਜੀ, ਕੋਈ ਕਿਸੇ ਹੋਰ ਦੇਵਤਾ ਦੇ ਉੱਪਰ ਲਗਾਉਣਗੇ, ਸ੍ਰੀ ਕ੍ਰਿਸ਼ਨ ਦੇ ਉੱਪਰ ਲਗਾਉਣਗੇ ਜੀ, ਰਾਮ ਦੇ ਉੱਪਰ ਲਗਾਉਣਗੇ, ਕਿਸੇ ਨਾ ਕਿਸੇ ਤੇ ਤਾਂ ਲਗਾਉਣਗੇ ਨਾ। ਹੋਰ ਕੋਈ ਨਹੀਂ ਮਿਲਦਾ ਤੇ ਹਨੂਮਾਨ ਤੇ ਲਗਾਉਣਗੇ। ਤੇ ਬਾਬਾ ਕਹਿੰਦਾ ਹੀ ਕਿ ਜੋ ਜੋ ਜਿਸ ਭਾਵਨਾ ਨਾਲ ਭਗਤ ਲੋਕ ਜੋ ਜਿਸ ਭਾਵਨਾ ਨਾਲ ਪੂਜਾ ਕਰਦੇ ਨੇ, ਯਾਦ ਕਰਦੇ ਨੇ, ਮੈਂ ਉਹਨਾਂ ਦੀ ਮਨੋਕਾਮਨਾ ਪੂਰਨ ਕਰਦਾ। ਮਤਲਬ ਭਗਤੀ ਮਾਰਗ 'ਚ ਵੀ ਸਾਖਸ਼ਾਤਕਾਰ ਹੁੰਦੇ, ਮਨੋਕਾਮਨਾ ਉਹਨਾਂ ਦੀ ਜਿਹੜੀ ਹੈ ਉਹ ਪੂਰਨ ਹੁੰਦੀ ਹੈ, ਪਰ ਮੈਂ ਨਹੀਂ ਮਿਲਦਾ। मैं जो हूँ, जैसा हूँ, वो जब मैं स्वयं बच्चों को आकर के अपना परिचय देता हूँ,
जी। उस यथार्थ परिचय के आधार से जो मुझे याद करते हैं, वो मेरे सन्मुख मिलन होता है उनका। वो मेरे वारस बच्चे बनते हैं। ਹੁਣ ਤੁਸੀਂ सोच लो, वारस बनना ही या भक्त बनना ही। जी। हाँ जी। क्या अगला प्रश्न है, क्या शंकर या परमात्मा विनाश करांदा या विनाश ਦੀ ਪ੍ਰੇਰਣਾ ਦਿੰਦਾ? ਬੋਲਦੇ ਸ਼ੰਕਰ ਦੀ ਤੀਸਰੀ ਆਂਖ ਖੁੱਲੂਗੀ ਤਾਂ ਵਿਨਾਸ਼ ਹੋਣਾ। ਲੋਕੀ ਦਾ ਪ੍ਰਸ਼ਨ ਇਹੀ ਹੈ ਕਿ ਹਾਲੇ ਤਾਂ ਸ਼ੰਕਰ ਦੀ ਤੀਸਰੀ ਆਂਖ ਨਹੀਂ ਖੁੱਲੀ ਵੀ। ਥੋੜਾ ਜਿਹਾ ਵਿਨਾਸ਼ ਹੁੰਦਾ ਹੀ ਤੇ ਲੋਕ ਘਬਰਾ ਜਾਂਦੇ ਆ। ਜੀ। ਤੇ ਜੇ ਕਿਤੇ ਸ਼ੰਕਰ ਦੀ ਤੀਸਰੀ ਅੱਖ ਖੁੱਲ ਜਾਏਗੀ ਤੇ ਫਿਰ ਕੀ ਹੋਏਗਾ? ਇਹ ਸੋਚ ਲਓ ਥੋੜਾ। ਜੀ। ਸਵਾਲ ਪੁੱਛਣ ਵਾਲੇ ਜਿਹੜੇ ਆ ਉਹਨਾਂ ਨੂੰ ਵੀ ਸੋਚਣਾ ਪਏਗਾ ਕਿ ਵਿਨਾਸ਼ ਦਾ ਮਤਲਬ ਹੈ ਤੁਸੀਂ ਵੀ ਉਹਦੇ 'ਚ ਜਾਣ ਦਿਓ ਤੇ ਉਹ ਤੁਹਾਨੂੰ ਕਿਸ ਤਰ੍ਹਾਂ ਲੱਗੇਗਾ। ਇਸ ਕਰਕੇ ਪਰਮਾਤਮਾ ਪਹਿਲੇ ਤੋਂ ਸਾਨੂੰ ਪਰਿਚੈ ਦਿੰਦੇ ਆ ਕਿ ਜਿਹਨਾਂ ਦਾ ਮੇਰੇ ਨਾਲ ਯੋਗ ਹੈ, ਜੋ ਪਰਮਾਤਮਾ ਪਿਤਾ ਨੂੰ ਯਾਦ ਕਰਦੇ ਆ ਔਰ ਉਹਨਾਂ ਦੀ ਆਗਿਆ ਦਾ ਪਾਲਨ ਕਰਦੇ ਆ, ਆਗਿਆਕਾਰੀ ਬੱਚੇ ਜਿਹੜੇ ਬਣਦੇ ਆ, ਉਹਨਾਂ ਨੂੰ ਪਰਮਾਤਮਾ ਵਿਜयी ਬਣਾਉਂਦਾ ਹੀ। ਉਹਨਾਂ ਦਾ ਵਿਨਾਸ਼ ਨਹੀਂ, ਵਿਜयी ਹੁੰਦਾ ਹੈ। ਉਹ ਵਿਜयी ਬਣ ਕਰਕੇ ਸਤਯੁਗ 'ਚ ਰਾਜ ਕਰਨ ਵਾਲੇ ਦੇਵੀ ਦੇਵਤਾ ਬਣ ਜਾਂਦੇ ਆ। ਔਰ ਦੂਸਰੇ ਜਿਹੜੇ ਹੈਗੇ ਉਹਨਾਂ ਵਾਸਤੇ ਬੜੀ ਸਿੱਧੀ ਜੀ ਗੱਲ ਹੈ, ਵਿਨਾਸ਼ ਕਾਲੇ विपरीत बुद्धि विनश्यन्ति। यानी विनाश काल है इस वेले जिन्हां दी परमात्मा दे नाल प्रीत नहीं है, परमात्मा दे नाल प्रीत नहीं है और परमात्मा दे बच्चों दे नाल भी प्रीत नहीं है। जदों कोई भी कुछ भी होएगा, लड़ाई होएगी या कोई बीमारी ਇਹੋ ਜਿਹੀ फैलेगी, तो वो ये नहीं देखते कि इनू ये बीमारी होएगी या नहीं होएगी। वो तो एपीडेमिक माना सब नू, अमीर गरीब, हुण तुसी देखदे हो कितने वड्डे वड्डे लीडर भी, उन्होंने भी कोरोना वायरस हो गया, मंत्रियों नू कई शरीर भी छड़ गए ने। तो ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਜਦੋਂ ਵਿਨਾਸ਼ ਹੁੰਦਾ ਜੀ, ਜੋ ਪਰਮਾਤਮਾ 'ਚ ਵਿਸ਼ਵਾਸ ਰੱਖਦੇ ਹੈ, ਜੋ ਪਹਿਲੇ ਤੋਂ ਕਾਫੀ ਆਪਣੇ ਆਪ ਨੂੰ ਯੋਗ ਯੁਕਤ ਰਹਿ ਕਰਕੇ ਆਪਣਾ ਪੁਰਸ਼ਾਰਥ ਕਰਦੇ ਨੇ, ਤੇ ਉਹ ਤੇ ਵਿਜयी ਬਣ ਜਾਂਦੇ ਆ। ਔਰ ਨਹੀਂ ਤੇ ਫਿਰ ਵਿਨਾਸ਼ विनाश की होएगा। आत्मा तो अनादि है, विनाशी है, लेकिन ये शरीर पुराना जिहड़ा ही ये छड़ करके वो आत्मा परम धाम जान वास्ते वो और कोई रास्ता नहीं है। इतने अरबों 700 करोड़, 7 अरब कहते हैं, 700 करोड़ मनुष्य आत्मा है गया। इतने सब ਨੂੰ ਮੁਕਤੀ ਕਿਸ ਤਰ੍ਹਾਂ ਮਿਲੇਗੀ? ਦੁੱਖ ਸ਼ਾਂਤੀ ਤੋਂ ਮੁਕਤੀ ਕਿਸ ਤਰ੍ਹਾਂ ਮਿਲੇਗੀ? ਜੀ ਜੀ। ਤੇ ਇਸ ਕਰਕੇ ਡਰਾਮਾ ਕਹੋ ਨੂੰ, ਕੁਛ ਵੀ ਕਹੋ, ਇਹੋ ਜਿਹੀ ਕੀ ਕਹੀਏ ਕਹਾਣੀ ਬਣੀ ਹੋਈ ਹੈ, ਉਹਦੇ ਅਨੁਸਾਰ ਅੰਤ ਤੇ ਹੁਣ ਜਿਹੜੇ ਅੱਜ 700 ਕਰੋੜ ਹੈ, तो ਉਹਦੇ ਚੋਂ ਬਾਕੀ ਕਿੰਨੇ ਰਹਿ ਜਾਣਗੇ ਇੱਥੇ? ਉਨ ਲੋਕੀ ਨੂੰ ਉਹ ਇਹ ਸਾਡਾ ਮਤਲਬ ਬ੍ਰਹਮਾ ਕੁਮਾਰੀ ਦਾ ਗਿਆਨ ਮਿਲੂਗਾ ਜਿਹੜੇ 700 ਕਰੋੜ ਆਬਾਦੀ ਹੈ ਜਾਂ ਤੇ ਜ਼ਿਆਦਾ? ਗਿਆਨ ਮਿਲਦਾ ਸਭ ਨੂੰ ਮਿਲ ਰਿਹਾ ਹੈ, ਕਿਉਂਕਿ ਅੱਜ ਕੱਲ ਦਾ ਜਿਹੜਾ ਇਲੈਕਟ੍ਰੋਨਿਕ ਮੀਡੀਆ ਹੈ ਜੀ, ਤੁਹਾਡਾ ਇਹ ਜਿਹੜਾ ਚੱਲ ਰਿਹਾ ਹੈ ਪੀਸ ਮਿਊਜ਼ਿਕ ਹੈ, ਇਹਦੇ ਜ਼ਰੀਏ ਵੀ ਦੁਨੀਆ 'ਚ ਸਭ ਜਗ੍ਹਾ ਗਿਆਨ ਮਿਲ ਰਿਹਾ ਹੈ।
ਪਰ ਗਿਆਨ ਨੂੰ ਸਮਝ ਕਰਕੇ ਧਾਰਨ ਕਰਕੇ ਆਤਮਾ ਆਪਣੇ ਆਪ ਨੂੰ ਇਵੋਲਵ ਕਰੇ, ਇਤਨਾ ਆਪਣੇ ਆਪ ਨੂੰ ਉੱਚ ਬਣਾਏ, ਉਹ ਨਹੀਂ ਕਰਦੇ। ਤੇ ਜੀ। ਮੇਨ ਗੱਲ ਤੇ ਇਹ ਹੈਗੀ ਔਰ ਉਹਦੇ ਚ ਦੂਸਰਾ ਹੈ, ਅੱਜ ਦੀ ਅਗਰ ਮੁਰਲੀ ਤੁਸੀਂ ਪੜ੍ਹੀ ਹੋਏਗੀ ਜਾਂ ਸੁਣੀ ਹੋਏਗੀ, ਜੀ। ਖਾਸ ਉਹਦੇ ਚ ਬਾਬਾ ਨੇ ਕਿਹਾ ਕਿ ਮੈਂ ਅਕੇਲਾ ਮੈਂ ਸਾਰਾ ਕੁਝ ਨਹੀਂ ਕਰਦਾ, ਮੈਂ ਬੱਚਿਆਂ ਦੀ ਮਦਦ ਲੈਣਾ ਹੀ। ਜੀ। ਤੇ ਜੋ ਬੱਚੇ ਮਦਦਗਾਰ ਬਣਦੇ ਆ ਤੇ ਉਹ ਵਿਜਈ ਬਣਦੇ, ਮਦਦਗਾਰ ਬਣ ਕੇ ਵਿਜਈ ਬਣਦੇ ਆ। ਵਿਜਈ ਰਤਨ ਜਿਹੜੇ ਆ, ਵਿਜੇ ਮਾਲਾ ਦੇ ਦਾਣੇ ਬਣ ਜਾਂਦੇ ਆ। ਇਸ ਕਰਕੇ ਬੜੀ ਮਹੀਨ ਔਰ ਬੜੀ ਵਿਸ਼ਾਲ ਗਿਆਨ ਦੀ ਗੱਲਾਂ ਹੈਗੀਆਂ ਹੀ। ਇਹ ਥੋੜੇ ਜਿਹੇ ਇੰਟਰਵਿਊ 'ਚ ਇਤਨਾ ਸਾਰਾ ਕੁਝ ਸਪਸ਼ਟ ਕਰਨਾ ਜ਼ਰਾ ਮੁਸ਼ਕਿਲ ਹੁੰਦਾ। ਜੀ ਭਾਜੀ, ਬਿਲਕੁਲ। ਲਾਸਟ ਇਸ ਥੋੜ੍ਹੇ ਜਿਹੇ ਸਮੇਂ 'ਚ ਤੁਸੀਂ ਸ਼ਾਂਤੀ ਵਾਸਤੇ ਕੀ ਸੰਦੇਸ਼ ਦੇਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ? ਸ਼ਾਂਤੀ 'ਚ ਰਹੋ, ਹੋਰ ਕੀ ਹੈ ਸੰਦੇਸ਼। ਬਈ ਜਿਤਨਾ ਆਪਣੇ ਆਪ ਨੂੰ ਤੁਸੀਂ ਸਿਮਰਤੀ ਸਰੂਪ ਬਣਾਉਣਗੇ, ਸਿਮਰਤੀ ਸਰੂਪ ਦਾ ਮਤਲਬ ਹੈ ਕਿ ਆਪਣੇ ਮਨ ਨੂੰ ਇਹ ਪੱਕਾ ਕਰੋ ਕਿ ਅਸੀਂ ਸਰਵ ਸ਼ਕਤੀਵਾਨ ਔਰ ਸ਼ਾਂਤੀ ਦੇ ਸਾਗਰ शिव परमात्मा दे बच्चे, चेतन ज्योति स्वरूप सालिग्राम आत्मा है गए हैं, बाप समान है गए हैं। अगर असी इस गल नूं अच्छी तरह स्वीकार कर लईए अपने दिल च, ते आत्मा बहुत शांति का अनुभव करती है, बहुत आनंद का अनुभव करती है। और बल्कि ਤੁਹਾਡੇ ਪ੍ਰਕੰਪਨ ਜਿਹੜੇ ਹੈ, ਤੁਹਾਡੇ ਵਾਈਬ੍ਰੇਸ਼ਨ ਜਿਹੜੇ ਹੈ, ਉਹ ਚਾਰੋਂ ਤਰਫ ਸ਼ਾਂਤੀ ਦਾ ਵਾਤਾਵਰਨ ਫੈਲਾਉਣਗੇ। ਉਹ ਕਰਕੇ ਦੇਖੋ ਤਾਂ ਕੀ ਆਨੰਦ ਆਉਂਦਾ ਉਹਦੇ 'ਚ। ਬਹੁਤ ਮਨ ਤੁਹਾਡਾ ਖੁਸ਼ ਵੀ ਰਹੇਗਾ, ਸ਼ਾਂਤੀ ਦਾ ਵੀ ਅਨੁਭਵ ਹੋਏਗਾ ਔਰ ਸ਼ਾਂਤੀ ਦੀ ਸ਼ਕਤੀ ਬੜਾ ਕੰਮ ਕਰੇਗੀ। ਓਮ ਸ਼ਾਂਤੀ।